स्टूडेंट्स, उम्मीद करदा कि तुसीं सारे बहुत वधिया होवोगे ते बहुत ही वधिया ढंग नाल अपनी जिहड़ी पढ़ाई आ वो कर रहे होवोगे। सो असीं कर रहे क्लास 10 चैप्टर 6 ट्रायंगल्स एक्सरसाइज 6.2 जिस दे 6 क्वेश्चन असीं कर चुके हैं ते हुण क्वेश्चन करना असीं 7 क्वेश्चन असीं कर चुके हैं ते हुण असीं स्टार्ट करना अपना क्वेश्चन 8th। सो 8th क्वेश्चन दे विच की साडे को सो टू प्रूव ए ट्रायंगल विच हैज़ टू साइड एंड देयर मिड पॉइंट्स आर गिवन हैं साडे को। सो क्वेश्चन 8 जिस ਵਿੱਚ ਸਾਡੇ ਕੋਲ ਹੈ सिद्ध करो कि एक ਤ੍ਰੈਭੁਜ ਦੀਆਂ ਕਿਸੇ ਦੋ ਭੁਜਾਵਾਂ ਦੇ ਮੱਧ ਬਿੰਦੂਆਂ ਨੂੰ। ਸੋ ਸਭ ਤੋਂ ਪਹਿਲਾਂ ਇੱਕ ਤ੍ਰੈਭੁਜ ਬਣਾਉਂਦੇ ਅਸੀਂ ਇੱਕ। ਇਹ ਸਾਡੇ ਕੋਲ ਇੱਕ ਤ੍ਰੈਭੁਜ ਆ ਗਈ ABC। ਫਿਰ ਦਿੱਤਾ ਹੈ ਦੀਆਂ ਕਿਸੇ ਦੋ ਭੁਜਾਵਾਂ ਦੇ ਮੱਧ ਬਿੰਦੂਆਂ ਨੂੰ ਮਿਲਾਉਣ ਵਾਲੀ ਰੇਖਾ। ਸੋ ਇਹ ਦੋ ਭੁਜਾਵਾਂ ਹਨ, ਉਹਨਾਂ ਦੇ ਮੱਧ ਬਿੰਦੂ ਸਾਡੇ ਕੋਲ ਦਿੱਤੇ ਗਏ ਹਨ। ਸੋ ਸੋਲੂਸ਼ਨ ਕੀ ਹੈ ਸਾਡੇ ਕੋਲ, ਤ੍ਰੈਭੁਜ ABC ਲਓ AB ਦਾ ਮੱਧ ਬਿੰਦੂ D ਅਤੇ AC ਦਾ ਮੱਧ ਬਿੰਦੂ E ਲਓ। ਸੋ ਅਸੀਂ ਦੋ ਪੁਆਇੰਟਸ ਲਏ ਹਨ D ਅਤੇ E। D ਕਿਹਦਾ ਮੱਧ ਬਿੰਦੂ ਹੈ AB ਦਾ ਅਤੇ E ਕਿਹਦਾ ਮੱਧ ਬਿੰਦੂ ਹੈ AC ਦਾ। ਸੋ ਜਦੋਂ D AB ਦਾ ਮੱਧ ਬਿੰਦੂ ਹੈ ਤਾਂ ਸੋ ਜਿਹੜਾ ਵੀ ਸਾਡੇ ਕੋਲ ਮੱਧ ਬਿੰਦੂ ਜਾਂ ਮਿਡ ਪੁਆਇੰਟ, ਸੋ ਮੱਧ ਬਿੰਦੂ ਦਾ ਮਤਲਬ ਸਾਡੇ ਕੋਲ ਕੀ ਹੈ ਮਿਡ ਪੁਆਇੰਟ। ਸੋ ਜਿਹੜਾ ਵੀ ਸਾਡੇ ਕੋਲ ਮਿਡ ਪੁਆਇੰਟ ਜਾਂ ਮੱਧ ਬਿੰਦੂ ਹੁੰਦਾ ਹੈ ਉਹ ਪੂਰੀ ਜਿਹੜੀ ਸਾਡੇ ਕੋਲ ਰੇਖਾ ਹੁੰਦੀ ਹੈ ਜਾਂ ਰੇਖਾ ਖੰਡ ਹੁੰਦਾ ਹੈ ਉਸ ਨੂੰ ਦੋ ਬਰਾਬਰ ਭਾਗਾਂ ਦੇ ਵਿੱਚ ਵੰਡ ਦਿੰਦਾ ਹੈ। ਸੋ ਮਿਡ ਪੁਆਇੰਟ ਡਿਵਾਈਡਸ ਦਾ ਸਾਈਡ ਇਨਟੂ ਟੂ ਇਕੁਅਲ ਪਾਰਟਸ। ਸੋ ਬਾਈਸੈਕਟ ਕਰਦਾ ਹੈ। ਸੋ देयरफॉर ਸਾਡੇ को आ जाएगा AD बराबर DB। सो ਇਹਦਾ मतलब A वाला भाग ਤੇ A वाला भाग ਦੋਵੇਂ ਸਾਡੇ ਕੋਲ ਕੀ ਹੋਣਗੇ ਬਰਾਬਰ ਜਿਹੜੇ ਕਿ ਹੋਣਗੇ। ਸੋ ਇਸੇ ਤਰ੍ਹਾਂ ਜਦੋਂ AC ਦਾ ਮੱਧ ਬਿੰਦੂ है तो साढ़े को AE बराबर हो जाएगा साढ़े को EC। सो ये हो गया साढ़े को किसी दो भुजावां दे मੱਧ बिंदुआं नूं मिलाउण वाली रेखा। सो इन्हां नूं ये दोवें मੱਧ बिंदु हैं, इन्हां नूं मिलाउण वाली रेखा किहड़ी होगी साढ़े को DE। D अते E नूं मिलाउण ते DE रेखा बनती है। सो जो D ਨੂੰ ਅਸੀਂ E ਨਾਲ ਮਿਲਾਉਂਦੇ ਹਾਂ ਤਾਂ ਸਾਡੇ ਕੋਲ ਜਿਹੜੀ ਇੱਕ ਲਾਈਨ ਜਿਹੜੀ ਹੈ ਜਾਂ ਲਾਈਨ ਸੈਗਮੈਂਟ ਜਿਹੜਾ ਹੈ ਉਹ ਕਿਹੜਾ ਤਿਆਰ ਹੋ ਜਾਂਦਾ ਹੈ DE ਤਿਆਰ ਹੋ ਜਾਂਦਾ ਹੈ। ਸੋ ਉਸ ਤੋਂ ਬਾਅਦ ਸਟੇਟਮੈਂਟ ਕੀ ਕਹਿ ਰਹੀ ਹੈ ਸਾਨੂੰ, ਮਿਲਾਉਣ ਵਾਲੀ ਰੇਖਾ। ਸੋ DE ਰੇਖਾ ਹੋ ਗਈ ਮਿਲਾਉਣ ਵਾਲੀ, ਉਹ ਤੀਸਰੀ ਭੁਜਾ। ਸੋ ਵਿਚ ਇਜ਼ ਥਰਡ ਸਾਈਡ, ਤੀਸਰੀ ਭੁਜਾ ਕਿਹੜੀ ਹੋ ਗਈ ਸਾਡੇ ਕੋਲ, ਪਹਿਲੀਆਂ ਦੋ ਇਹ ਹੋ ਗਈਆਂ। ਸੋ ਤੀਸਰੀ ਭੁਜਾ ਸਾਡੀ ਕੋਲ ਇਹ ਹੋ ਗਈ। ਤੀਸਰੀ ਭੁਜਾ ਦੇ ਸਮਾਨਾਂਤਰ ਹੁੰਦੀ ਹੈ। ਸੋ ਦਰਸਾਉਣਾ ਅਸੀਂ ਕੀ ਹੈ ਕਿ ਇਹ ਦੋਵੇਂ ਭੁਜਾਵਾਂ ਜਿਹੜੀਆਂ ਨੇ ਆਪਸ ਵਿੱਚ ਕੀ ਨੇ ਸਮਾਨਾਂਤਰ ਹਨ। ਇਸ ਨੂੰ ਅਸੀਂ ਮੰਨਦੇ ਹਾਂ ਇੱਕ ਇਕੁਏਸ਼ਨ ਤੇ ਇਸ ਨੂੰ ਅਸੀਂ ਮੰਨਦੇ ਹਾਂ ਦੋ। ਸੋ 1 ਅਤੇ 2 ਤੋਂ ਸਾਡੇ ਕੋਲ ਕੀ ਆ ਜਾਏਗਾ AD ਓਵਰ DB ਬਰਾਬਰ ਆ ਜਾਏਗਾ ਸਾਡੇ ਕੋਲ AE ਓਵਰ EC ਜੋ ਸਾਡੇ ਕੋਲ ਹੋਏਗਾ ਸਾਡਾ BPT ਔਰ ਥੇਲਜ਼ ਥਿਊਰਮ। ਸੋ ਜਦੋਂ ਸਾਡੇ ਕੋਲ ਇਹਨਾਂ ਦੋਵਾਂ ਭੁਜਾਵਾਂ ਦਾ ਅਨੁਪਾਤ ਜਿਹੜਾ ਹੈ ਉਹ ਬਰਾਬਰ ਹੋ ਜਾਏਗਾ ਤਾਂ ਉਹ ਸਾਨੂੰ ਥੇਲਜ਼ ਥਿਊਰਮ ਤੋਂ ਬਾਅਦ 'ਚ ਅਸੀਂ ਕੀ ਰਿਜ਼ਲਟ ਹੈ ਸਾਡਾ ਥੇਲਜ਼ ਥਿਊਰਮ ਕੀ ਕਹਿੰਦੀ ਹੈ ਕਿ ਜਦੋਂ ਇਹਨਾਂ ਦੋਵਾਂ ਭੁਜਾਵਾਂ ਦਾ ਅਨੁਪਾਤ ਜਿਹੜਾ ਬਰਾਬਰ ਹੁੰਦਾ ਹੈ ਤਾਂ ਇਹ ਦੋਵੇਂ ਭੁਜਾਵਾਂ ਤੇ ਜਿਹੜੀ ਭੁਜਾ ਇਹਨਾਂ ਨੂੰ ਬਰਾਬਰ ਅਨੁਪਾਤ ਵਿੱਚ ਵੰਡਦੀ ਹੈ। ਕਿਹੜੀ ਭੁਜਾ ਬਣ ਰਹੀ ਹੈ DE, ਤਾਂ ਉਹ ਤੀਸਰੀ ਭੁਜਾ ਦੇ ਕੀ ਹੁੰਦੀ ਹੈ ਸਮਾਨਾਂਤਰ ਹੁੰਦੀ ਹੈ। ਸੋ DE ਕੀ ਆ ਗਿਆ ਸਾਡੇ ਕੋਲ ਸਮਾਂਤਰ ਹੋ ਜਾਏਗਾ BC ਦੇ। ਸੋ ਇਹ ਸਾਡੇ ਕੋਲ ਕੀ ਆਉਂਦਾ ਹੈ ਇਨਵਰਸ ਆਫ BPT। ਸੋ ਇਹ ਸਾਡੇ ਕੋਲ ਥੇਲਜ਼ ਥਿਊਰਮ ਦਾ ਉਲਟਾ ਆ ਜਾਂਦਾ ਹੈ ਇਨਵਰਸ ਆਫ BPT। ਸੋ ਇਸ ਦੇ ਬਾਰੇ ਵੀ ਅਸੀਂ ਸਾਰੀ ਗੱਲ ਜਿਹੜੀ ਕਰ ਚੁੱਕੇ ਹਾਂ। ਸੋ ਬਾਰ-ਬਾਰ ਇਸ 'ਤੇ ਸਾਨੂੰ ਜਿਹੜਾ ਕਿ ਸਮਝਾਉਣ ਦੀ ਲੋੜ ਨਹੀਂ ਹੈ। ਸੋ ਉਮੀਦ ਕਰਦਾ ਕਿ ਤੁਹਾਨੂੰ ਕੁਐਸਚਨ ਜਿਹੜਾ ਉਹ ਕਲੀਅਰ ਹੋ ਗਿਆ ਹੋਵੇਗਾ। ਸੋ ਵੱਧ ਤੋਂ ਵੱਧ ਬੱਚਿਆਂ ਤੱਕ ਸ਼ੇਅਰ ਕਰੋ। ਸੋ ਥੈਂਕ ਯੂ, ਮਿਲਦੇ ਹਾਂ ਨੈਕਸਟ ਕਲਾਸ ਦੇ ਵਿੱਚ ਨੈਕਸਟ ਕੁਐਸਚਨ ਦੇ ਨਾਲ।